ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਮਿਲ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰੂ ਜੀ ਦੀ ਰਹਿਮਤ ਬਖਸ਼ਿਸ਼ ਦਾ ਸਦਕਾ ਗੁਰੂ ਦਰ ਤੇ ਜੁੜਨ ਦਾ ਸੁਭਾਗ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਇਲਾਹੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਗੁਰੂ ਕੇ ਪਿਆਰੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਡੇ ਤੇ ਰਹਿਮਤ ਕਰਦਿਆਂ ਬਖਸ਼ਿਸ਼ ਕਰਦਿਆਂ ਅੱਜ ਦੇ ਇਸ ਸ਼ਬਦ ਵਿੱਚ ਸਮਝਾਉਂਦੇ ਨੇ। ਸਤਿਗੁਰੂ ਕਹਿੰਦੇ, ਉਹ ਵਾਹਿਗੁਰੂ ਜਿਹੜਾ ਸਭ ਕਾਸੇ ਵਿੱਚ ਸਮਾਇਆ ਹੋਇਆ, ਜਿਹਦਾ ਇਹ ਸਾਰਾ ਸੰਸਾਰ ਹੈ, ਉਸ ਵਾਹਿਗੁਰੂ ਨੂੰ ਮੈਂ ਗਾਉਂਦਾ ਵਾਂ, ਮੈਂ ਉਹਨੂੰ ਸਿਮਰਦਾ ਤਾਂ ਕਿ ਚਰਨ ਜਪੈ ਜਨ ਨਾਨਕ। ਸਤਿਗੁਰੂ ਕਹਿੰਦੇ, ਨਾਨਕ ਉਸ ਪ੍ਰਮਾਤਮਾ ਦੇ ਗੁਣ ਗਾਉਂਦਾ, ਉਸ ਵਾਹਿਗੁਰੂ ਦੇ ਗੁਣ ਗਾਉਂਦਾ ਜਿਹੜਾ ਹਰ ਥਾਂ ਵਸਿਆ ਹੋਇਆ, ਜਿਹਦੇ ਤੋਂ ਬਿਨਾਂ ਕੋਈ ਥਾਂ ਹੈ ਹੀ ਨਹੀਂ, ਕੋਈ ਜਗ੍ਹਾ ਐਸੀ ਹੈ ਹੀ ਨਹੀਂ, ਕੋਈ ਥਾਂ ਖਾਲੀ ਨਹੀਂ ਹੈ ਉਹਦੇ ਬਿਨਾਂ, ਉਹ ਹਰ ਥਾਂ ਮੌਜੂਦ ਹੈ। ਨਾਨਕ ਦਾਸ ਉਹਦੇ ਗੁਣ ਗਾਉਂਦਾ ਤੇ ਬੋਲੇ ਅੰਮ੍ਰਿਤ ਬਾਣੀ। ਸਤਿਗੁਰੂ ਕਹਿੰਦੇ, ਅੰਮ੍ਰਿਤਮਈ ਬਾਣੀ ਆਪਣੀ ਰਸਨਾ ਤੋਂ ਬੋਲਦਾ, ਉਹਦੇ ਬਚਨ। ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਦੇ ਜੀਵਨ ਦੇ ਵਿੱਚੋਂ ਸਾਨੂੰ ਬਹੁਤ ਕੁਝ ਜਾਣਨ ਸਿੱਖਣ ਨੂੰ ਮਿਲਦਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਜੀਵਨ ਦੇ ਵਿੱਚ ਬਹੁਤਾ ਸਮਾਂ ਉਹਨਾਂ ਨੇ ਵੱਖ-ਵੱਖ ਤੀਰਥਾਂ ਤੇ ਉਹਨਾਂ ਦੀ ਯਾਤਰਾ ਵਿੱਚ ਵੱਖ-ਵੱਖ ਕਰਮਕਾਂਡਾਂ ਵਿੱਚ ਬਤੀਤ ਕੀਤਾ। ਪਰ ਜਿਸ ਦਿਨ ਗੁਰੂ ਦੀ ਸ਼ਰਨ ਆ ਗਏ, ਜਿਸ ਦਿਨ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਆ ਜੁੜੇ, ਉਸ ਦਿਨ ਤੋਂ ਬਾਅਦ ਕਿਸੇ ਹੋਰ ਪਾਸੇ ਉਹ ਗਏ ਹੀ ਨਹੀਂ। ਜਿਸ ਦਿਨ ਤੋਂ ਗੁਰੂ ਦੀ ਬਾਣੀ ਸੁਣ ਲਈ, ਗੁਰੂ ਅਮਰਦਾਸ ਮਹਾਰਾਜ ਜੀ ਦੇ ਕੰਨਾਂ ਵਿੱਚ ਇੱਕ ਸ਼ਬਦ ਪਿਆ ਗੁਰੂ ਨਾਨਕ ਸਾਹਿਬ ਦਾ। ਉਸ ਸ਼ਬਦ ਨੂੰ ਸੁਣਦਿਆਂ ਹੀ ਬਾਬਾ ਅਮਰਦਾਸ ਉੱਠ ਖੜੋਏ ਕਿ ਇਸ ਸ਼ਬਦ ਵਿੱਚ ਤਾਂ ਮੇਰੀ ਹੀ ਹਾਲਤ ਬਿਆਨ ਕੀਤੀ ਗਈ ਹੈ, ਮੇਰੇ ਬਾਰੇ ਹੀ ਦੱਸਿਆ ਗਿਆ ਹੈ। ਤਾਂ ਉਸੇ ਵਕਤ ਉੱਠ ਕੇ ਬੀਬੀ ਅਮਰੋ ਦੇ ਕੋਲ ਗਏ ਤੇ ਉਹਨਾਂ ਨੂੰ ਪੁੱਛਿਆ ਕਿ ਇਹ ਬਚਨ ਕਿਹਦਾ ਹੈ। ਤਾਂ ਉਹਨਾਂ ਆਖਿਆ ਕਿ ਇਹ ਬਚਨ ਗੁਰੂ ਨਾਨਕ ਸਾਹਿਬ ਦਾ ਹੈ। ਇਸ ਬਚਨ ਨੇ ਮੈਨੂੰ ਫਿਰ ਤੋਂ ਇਹ ਅਵਸਰ ਪ੍ਰਦਾਨ ਕੀਤਾ ਹੈ ਕਿ ਮੈਂ ਮਨੂਰ ਹੋਏ ਲੋਹੇ ਵਰਗਾ ਕੰਚਨ ਹੋ ਸਕਦਾ, ਮੇਰਾ ਜੀਵਨ ਸਵਰ ਸਕਦਾ। ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੈ ਕਨੇਹਾ। ਜੇ ਗੁਰੂ ਮਿਲ ਪਵੇ, ਜੇ ਐਸਾ ਸਤਿਗੁਰੂ ਮਿਲ ਪਵੇ ਪਾਰਸ ਵਰਗਾ, ਤਾਂ ਮਨੂਰ ਲੋਹਾ ਵੀ ਉਹ ਸੋਨੇ ਵਿੱਚ ਬਦਲ ਜਾਂਦਾ ਹੈ। ਮੈਂ ਮਨੂਰ ਲੋਹੇ ਵਰਗਾ ਹੋ ਚੁੱਕਾ ਜਿਹੜਾ ਗਲ ਸੜ ਗਿਆ। ਇਸ ਲਈ ਗੁਰੂ ਦਾ ਬਚਨ ਮੇਰੇ ਜੀਵਨ ਨੂੰ ਸਵਾਰਨ ਵਾਲਾ ਹੈ। ਇਸ ਬਚਨ ਨੇ, ਇਸ ਸ਼ਬਦ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰੂ ਚਰਨਾਂ ਨਾਲ ਜੋੜਿਆ। ਉਹ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਸਿੱਖ ਹੋਏ।
ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮੈਂ ਹੁਣ ਉਹਦੇ ਚਰਨ ਜਪਦਾ, ਉਹਨੂੰ ਸਿਮਰਦਾ ਹਮੇਸ਼ਾ। ਤਾਂ ਕਿ ਚਰਨ ਜਪੈ ਜਨ ਨਾਨਕ। ਸਤਿਗੁਰੂ ਕਹਿੰਦੇ ਮੈਂ ਉਸ ਦਾ ਸੇਵਕ, ਮੈਂ ਉਹਦਾ ਦਾਸ, ਉਹਦੇ ਚਰਨ ਜਪਦਾ, ਉਹਨੂੰ ਸਿਮਰਦਾ ਵਾਂ। ਬੋਲੇ ਅੰਮ੍ਰਿਤ ਬਾਣੀ, ਤੇ ਅੰਮ੍ਰਿਤਮਈ ਬਾਣੀ ਆਪਣੀ ਰਸਨਾ ਤੋਂ ਬੋਲਦਾ। ਅੰਮ੍ਰਿਤਮਈ ਬਾਣੀ ਆਪਣੀ ਜ਼ੁਬਾਨ ਤੋਂ ਗਾਉਂਦਾ ਵਾਂ, ਕਿਉਂਕਿ ਗੁਰੂ ਮਿਲ ਪਿਆ, ਕਿਉਂਕਿ ਗੁਰੂ ਦਾ ਸ਼ਬਦ ਮਨ ਨੂੰ ਆਨੰਦ ਦੇਣ ਵਾਲਾ, ਸ਼ਾਂਤੀ ਪ੍ਰਦਾਨ ਕਰਨ ਵਾਲਾ, ਸੁੱਖ ਦੇਣ ਵਾਲਾ। ਸਤਿਗੁਰੂ ਸਮਝਾਉਂਦੇ ਸ਼ਾਸਤ ਵੇਦ ਸਿਮਰਤ ਸਰ ਤੇਰਾ। ਇਹ ਸਾਰੇ ਸ਼ਾਸਤਰ, 6 ਸ਼ਾਸਤਰ, 4 ਵੇਦ, 27 ਸਿਮਰਤੀਆਂ, ਇਹ ਸਾਰੇ ਸਰ ਮਤਲਬ ਸਰੋਵਰ ਜਾਂ ਸਮੁੰਦਰ। ਸਤਿਗੁਰੂ ਕਹਿੰਦੇ ਇਹ ਸਾਰੇ ਧਰਮ ਗ੍ਰੰਥ, ਇਹ ਸਾਰਾ ਸਮੁੰਦਰ, ਇਹ ਸਭ ਕੁਝ ਹੈ ਵਾਹਿਗੁਰੂ ਤੇਰਾ ਹੀ ਹੈ, ਸਭ ਕੁਝ ਤੇਰਾ। ਸ਼ਾਸਤ ਵੇਦ ਸਿਮਰਤ ਸਰ ਤੇਰਾ, ਸੁਰਸਰੀ ਚਰਨ ਸਮਾਣੀ। ਤੇ ਸੁਰਸਰੀ ਗੰਗਾ ਉਹ ਵੀ ਤੇਰੇ ਚਰਨਾਂ ਵਿੱਚ ਸਮਾਈ ਹੋਈ। ਭਾਵ ਕਹਿਣ ਦਾ ਹੈ ਕਿ ਜਿਹੜਾ ਵਾਹਿਗੁਰੂ ਦੇ ਚਰਨਾਂ ਵਿੱਚ ਜੁੜਿਆ ਉਹਦੇ ਵਾਸਤੇ ਇਹੀ ਸਭ ਕੁਝ ਹੋ ਨਿਬੜਿਆ। ਜਿਹੜਾ ਗੁਰੂ ਚਰਨਾਂ ਨਾਲ ਜੁੜਿਆ, ਜਿਹੜਾ ਵਾਹਿਗੁਰੂ ਨਾਲ ਸਾਂਝ ਪਾ ਲੈਂਦਾ, ਸਤਿਗੁਰੂ ਕਹਿੰਦੇ ਉਹਦੇ ਵਾਸਤੇ ਇਹੀ ਗੰਗਾ ਇਸ਼ਨਾਨ ਹੋ ਜਾਂਦਾ ਹੈ। ਗੁਰੂ ਅਮਰਦਾਸ ਮਹਾਰਾਜ ਬਹੁਤ ਦਫਾ ਗੰਗਾ ਇਸ਼ਨਾਨ ਗਏ, ਹਰਿਦੁਆਰ ਗਏ, ਬਹੁਤ ਦਫਾ ਜਾਂਦੇ ਰਹੇ। ਆਪਣੇ ਜੀਵਨ ਵਿੱਚ 20 ਵਾਰੀ ਉਹਨਾਂ ਨੇ, 22 ਵਾਰੀ ਉਹਨਾਂ ਨੇ ਹਰਿਦੁਆਰ ਦੀ ਜਾਂ ਹਿੰਦੂ ਤੀਰਥਾਂ ਵੱਲ, ਇਹਨਾਂ ਸਥਾਨਾਂ ਦੀ ਯਾਤਰਾ ਕੀਤੀ। ਇਸ ਲਈ ਉਹਨਾਂ ਤੋਂ ਵੱਧ ਕੇ ਇਸ ਨੂੰ ਕੌਣ ਜਾਣ ਸਕਦਾ। ਤੇ ਉਹਨਾਂ ਸਾਰੇ ਤੀਰਥਾਂ ਵਿੱਚ ਇਸ਼ਨਾਨ ਕਰਕੇ ਹਾਸਲ ਕੁਝ ਵੀ ਨਹੀਂ ਹੋਇਆ, ਪ੍ਰਾਪਤੀ ਕੁਝ ਵੀ ਨਹੀਂ ਹੋਈ, ਕਿਉਂਕਿ ਸਿਰਫ ਪਾਣੀ ਵਿੱਚ ਇਸ਼ਨਾਨ ਕਰਨ ਨਾਲ, ਸਰੋਵਰ ਵਿੱਚ, ਗੰਗਾ ਦੇ ਜਲ ਵਿੱਚ ਇਸ਼ਨਾਨ ਕਰਨ ਨਾਲ ਹੁੰਦਾ ਕੁਝ ਵੀ ਨਹੀਂ। ਬੰਦੇ ਨੂੰ ਲੱਗਦਾ ਹੈ ਕਿ ਮੈਂ ਤਾਂ ਬਹੁਤ ਜਪ ਤਪ ਕਰ ਰਿਹਾ, ਬਹੁਤ ਚੰਗਾ ਕਰਮ ਕਰ ਰਿਹਾ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਕਰਨ ਨਾਲ ਕੁਝ ਵੀ ਹਾਸਲ ਨਹੀਂ ਹੁੰਦਾ। ਇਸ ਲਈ ਗੁਰੂ ਅਮਰਦਾਸ ਮਹਾਰਾਜ ਜੀ ਦਾ ਆਪਣਾ ਇਹ ਅਨੁਭਵ ਹੈ। ਉਹ ਕਹਿੰਦੇ ਜਿਸ ਦਿਨ ਮੈਂ ਗੁਰੂ ਚਰਨਾਂ ਨਾਲ ਜੁੜਿਆ, ਉਸ ਦਿਨ ਮੈਨੂੰ ਸਮਝ ਆ ਗਈ ਕਿ ਗੁਰੂ ਦੇ ਚਰਨ ਹੀ ਅਸਲ ਵਿੱਚ ਸਭ ਤੀਰਥ ਨੇ। ਗੁਰੂ ਦਾ ਸ਼ਬਦ ਹੀ ਅਸਲ ਵਿੱਚ ਸਭ ਸਿਮਰਤੀਆਂ, ਸਭ ਸ਼ਾਸਤਰ ਨੇ। ਇਸ ਲਈ ਗੁਰੂ ਦਾ ਸਿੱਖ ਹੋਰ ਪਾਸੇ ਜਾਂਦਾ ਹੀ ਨਹੀਂ, ਉਹ ਗੁਰੂ ਦੇ ਚਰਨਾਂ ਨਾਲ ਹੀ ਜੁੜਦਾ ਹੈ। ਉਹ ਇਸ ਨੂੰ ਹੀ ਸਭ ਕੁਝ ਜਾਣਦਾ ਹੈ। ਸ਼ਾਸਤ ਸਿਮਰਤ, ਸ਼ਾਸਤ ਵੇਦ ਸਿਮਰਤ ਸਰ ਤੇਰਾ, ਸੁਰਸਰੀ ਚਰਨ ਸਮਾਣੀ, ਸਾਖਾ ਤੀਨ ਮੂਲ ਮਤ ਰਾਵੈ। ਇਹ ਜਿਹੜੀ ਸਾਡੀ ਮਤ ਹੈ, ਇਹ 3 ਸ਼ਾਖਾਵਾਂ ਦੇ ਵਿੱਚ ਉਲਝੀ ਰਹਿੰਦੀ ਹੈ, ਰਜੋ ਤਮੋ ਸਤੋ। ਸਤਿਗੁਰੂ ਕਹਿੰਦੇ ਮਤ ਇਸ ਪਾਸੇ ਲੱਗੀ ਰਹਿੰਦੀ, ਇਹਨਾਂ ਵਿੱਚ ਹੀ, ਰਜੋ ਤਮੋ ਵਿੱਚ ਹੀ ਉਲਝੀ ਰਹਿੰਦੀ ਹੈ ਮਤ। ਮਤ ਨੂੰ ਲੱਗਦਾ ਕਿ ਮੈਂ ਇਹਨਾਂ ਨੂੰ ਜਾਣ ਲਿਆ, ਚਲੋ ਠੀਕ ਹੈ, ਇਹੀ ਸਭ ਕੁਝ ਹੈ। ਅਸੀਂ ਸਾਰੇ ਲੋਕ 3 ਗੁਣਾਂ ਵਿੱਚ ਹੀ ਉਲਝੇ ਰਹਿੰਦੇ ਹਾਂ। ਗੁਰੂ ਅਮਰਦਾਸ ਮਹਾਰਾਜ ਦਾ ਆਪਾਂ ਬਚਨ ਪੜ੍ਹਦੇ ਹਾਂ ਆਨੰਦ ਬਾਣੀ ਅੰਦਰ। ਗੁਰੂ ਅਮਰਦਾਸ ਕਹਿੰਦੇ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਕਿ 3 ਗੁਣਾਂ ਵਿੱਚ ਸਾਰਾ ਸੰਸਾਰ ਭਟਕ ਕੇ, ਭਰਮ ਕੇ ਸੁੱਤਾ ਪਿਆ, ਤੇ ਸੁੱਤਿਆਂ ਹੀ ਉਹਨਾਂ ਦੇ ਜੀਵਨ ਦੀ ਰਾਤ ਗੁਜ਼ਰ ਜਾਂਦੀ ਹੈ, ਜ਼ਿੰਦਗੀ ਰੂਪੀ ਰਾਤ ਲੰਘ ਜਾਂਦੀ ਹੈ। ਇਸ ਲਈ ਸਤਿਗੁਰੂ ਸਮਝਾਉਂਦੇ ਕਿ ਸਾਰਾ ਸੰਸਾਰ ਇਹਨਾਂ 3 ਵਿੱਚ ਹੀ ਉਲਝਿਆ ਹੋਇਆ। ਮੂਲ ਨੂੰ ਕੋਈ ਜਾਣ ਹੀ ਨਹੀਂ ਪਾਉਂਦਾ, ਜਿਹੜਾ ਸਾਰੀਆਂ ਥਾਵਾਂ ਵਿੱਚ ਵਸਿਆ ਹੋਇਆ। ਸਾਖਾ ਮੂਲ, ਸਾਖਾ ਤੀਨ ਮੂਲ ਮਤ ਰਾਵੈ, ਤੂੰ ਤਾਂ ਸਰਵ ਵਿਡਾਣੀ। ਹੇ ਸੱਚੇ ਪਾਤਸ਼ਾਹ, ਤੂੰ ਤਾਂ ਸਾਰੀਆਂ ਥਾਵਾਂ ਵਿੱਚ ਰਚਿਆ ਹੋਇਆ, ਵਸਿਆ ਹੋਇਆ। ਇਹ ਬੜੀ ਹੈਰਾਨੀ ਵਾਲੀ ਗੱਲ ਹੈ। ਵਿਡਾਣ ਮਤਲਬ ਹੈਰਾਨ ਕਰਨ ਵਾਲੀ ਗੱਲ ਹੈ। ਇਹ ਬੜੀ ਅਚਰਜ ਗੱਲ ਹੈ। ਹੈਰਾਨੀ ਹੁੰਦੀ ਹੈ ਕਿ ਤੂੰ ਸਭ ਥਾਂ ਹੀ ਰਮਿਆ ਹੋਇਆ ਤੇ ਅਸੀਂ ਉਲਝੇ ਹੋਏ ਹਾਂ ਇਹਨਾਂ 3 ਦੇ ਵਿੱਚ।
ਅਸੀਂ ਕੋਈ ਰਜੋ ਵਿੱਚ ਉਲਝਿਆ, ਕੋਈ ਤਮੋ ਵਿੱਚ, ਕੋਈ ਸਤੋ ਵਿੱਚ, ਅਸੀਂ ਇਹਨਾਂ ਚੀਜ਼ਾਂ ਵਿੱਚ ਉਲਝੇ ਹੋਏ ਹਾਂ ਤੇ ਤੂੰ ਸਭ ਥਾਈਂ ਵਸਿਆ ਹੋਇਆ। ਇਸ ਲਈ ਹੁਣ ਇਸ ਨੂੰ ਇਹ ਜਾਣਨਾ ਕਿ ਭਗਤ ਗੁਰਮੁਖ ਉਹ ਇਹਨਾਂ ਰਜੋ ਤਮੋ ਨੂੰ ਵੀ ਗਲਤ ਨਹੀਂ ਕਹਿੰਦਾ। ਉਹ ਕਹਿੰਦਾ ਜੀ ਇਹ ਵੀ ਠੀਕ ਹੈ, ਜੇ ਵਾਹਿਗੁਰੂ ਨੇ ਪੈਦਾ ਕੀਤਾ ਹੈ ਤਾਂ ਚਲੋ ਠੀਕ ਹੈ। ਫਿਰ ਵਾਹਿਗੁਰੂ ਨੇ ਜੇ ਸਾਨੂੰ ਇਸ ਪਰਿਵਾਰ ਦੇ ਮੋਹ ਵਿੱਚ ਪਾਇਆ ਤਾਂ ਚਲੋ ਠੀਕ ਹੈ, ਅਸੀਂ ਰਾਜੀ ਹਾਂ। ਸਤਿਗੁਰੂ ਕਹਿੰਦੇ ਨੇ ਗੁਰੂ ਅਮਰਦਾਸ ਕਿ ਮੋਹ ਮਿੱਠਾ ਲਾਇਆ, ਉਹਨੇ ਮੋਹ ਮਿੱਠਾ ਕਰਕੇ ਲਾ ਦਿੱਤਾ ਸਾਨੂੰ, ਠੀਕ ਹੈ, ਉਹਨੇ ਲਾਇਆ ਤਾਂ ਠੀਕ ਹੈ ਭਾਈ। ਇਸ ਲਈ ਉਹ ਹਰ ਗੱਲ ਨਾਲ ਰਾਜੀ ਹੋ ਗਿਆ। ਉਹ ਹਰ ਗੱਲ ਨਾਲ ਕਿ ਜੇ ਤੇਰੀ ਇਹੀ ਰਜ਼ਾ ਹੈ ਤਾਂ ਚਲ ਠੀਕ ਹੈ, ਇਹੀ ਸਹੀ। ਤਾਂ ਕਿ ਚਰਨ ਜਪੈ ਜਨ ਨਾਨਕ। ਸਤਿਗੁਰੂ ਕਹਿੰਦੇ ਨਾਨਕ ਉਸ ਵਾਹਿਗੁਰੂ ਦੇ ਚਰਨ ਜਪਦਾ ਹੈ, ਉਹਨੂੰ ਪੂਜਦਾ ਹੈ। ਬੋਲੇ ਅੰਮ੍ਰਿਤ ਬਾਣੀ ਤੇ ਅੰਮ੍ਰਿਤਮਈ ਬਾਣੀ ਆਪਣੀ ਰਸਨਾ ਤੋਂ ਬੋਲਦਾ ਹੈ। ਰਹਾਓ 33 ਕਰੋੜੀ ਦਾਸ ਤੁਮਾਰੇ। हे ਸੱਚੇ ਪਾਤਸ਼ਾਹ ਕਿ ਇਹ ਸਭ 33 ਕਰੋੜ ਦੇਵਤੇ ਵੀ ਤੇਰੇ ਦਾਸ ਨੇ, ਇਹ ਵੀ ਤੇਰੇ ਸੇਵਕ ਨੇ। ਜਿਨ੍ਹਾਂ ਨੂੰ ਦੁਨੀਆ ਪੂਜਦੀ ਹੈ ਇਹ ਵੀ ਤੇਰੇ ਦਾਸ, ਇਹ ਵੀ ਤੇਰੇ ਘਰ ਦੇ ਸੇਵਾਦਾਰ। 33 ਕਰੋੜੀ ਦਾਸ ਤੁਮਾਰੇ, ਰਿੱਧ ਸਿੱਧ ਪ੍ਰਾਣ ਆਧਾਰੀ। ਰਿੱਧੀਆਂ ਸਿੱਧੀਆਂ ਜਿਨ੍ਹਾਂ ਦੇ ਮਗਰ ਜੋਗੀ ਉਲਝੇ ਹੋਏ ਨੇ, ਜਿਨ੍ਹਾਂ ਮਗਰ ਦੁਨੀਆ ਉਲਝੀ ਹੋਈ ਹੈ। ਲੋਕ ਚਾਹੁੰਦੇ ਨੇ ਕੋਈ ਤਾਕਤ ਮਿਲ ਜਾਏ, ਕੋਈ ਕਰਾਮਾਤ ਮਿਲ ਜਾਏ, ਕੋਈ ਕਿਸੇ ਤਰ੍ਹਾਂ ਦੀ ਕੋਈ ਸ਼ਕਤੀ ਮਿਲ ਜਾਏ, ਕੋਈ ਸੁਪਰ ਪਾਵਰ ਮਿਲ ਜਾਏ। ਲੋਕ ਕਰ ਰਹੇ ਨੇ ਕੋਸ਼ਿਸ਼ਾਂ, ਵਿਗਿਆਨਕ ਵੀ ਇਸ ਢੰਗ ਦੀ ਕੋਸ਼ਿਸ਼ ਕਰ ਰਹੇ ਨੇ। ਉਹ ਵੀ ਆਪਣੇ ਤਰਫੋਂ ਸੁਪਰ ਪਾਵਰ ਬਣਾਉਣ ਦੀ, ਜਾਂ ਕਈ ਤਰ੍ਹਾਂ ਦੇ ਹਥਿਆਰ ਜਿਨ੍ਹਾਂ ਨੂੰ ਸੁਪਰ ਪਾਵਰ ਦਾ ਨਾਮ ਦਿੰਦੇ ਨੇ, ਉਹ ਬਣਾਉਣ ਲੱਗੇ ਹੋਏ ਨੇ। ਬਹੁਤ ਸਾਰੇ ਜੋਗੀ ਸੰਨਿਆਸੀ ਉਹ ਵੀ ਰਿੱਧੀਆਂ ਸਿੱਧੀਆਂ ਹਾਸਲ ਕਰਨ ਲੱਗੇ ਹੋਏ ਨੇ। ਬਸ ਥੋੜ੍ਹਾ ਸ਼ਬਦਾਂ ਦਾ ਭੇਦ ਹੈ, ਪਰ ਕੰਮ ਇੱਕੋ ਹੀ ਕਰ ਰਹੇ ਨੇ ਸਾਰੇ। ਸਤਿਗੁਰੂ ਕਹਿੰਦੇ ਰਿੱਧੀਆਂ ਸਿੱਧੀਆਂ ਦੇ ਵਿੱਚ ਉਲਝਿਆ ਹੋਇਆ ਸਾਰਾ ਸੰਸਾਰ। ਰਿੱਧ ਸਿੱਧ ਪ੍ਰਾਣ ਆਧਾਰੀ, ਤੇ ਰਿੱਧੀਆਂ ਸਿੱਧੀਆਂ ਇਹਨਾਂ ਦਾ ਆਸਰਾ, ਇਹਨਾਂ ਦਾ ਆਧਾਰ ਉਹ ਵੀ ਵਾਹਿਗੁਰੂ ਪਰਮੇਸ਼ਰ। ਇਸ ਲਈ ਉਹਦੇ ਤੋਂ ਹੀ ਹੈ ਸਭ ਕੁਝ, ਉਹਦੇ ਹੀ ਸਭ ਦਾਸ ਨੇ, ਉਹਦੀਆਂ ਹੀ ਸਭ ਤਾਕਤਾਂ ਨੇ। ਉਹੀ ਹੈ ਸਭ ਕਾਸੇ ਦਾ ਮਾਲਕ। ਤਾਕੇ ਰੂਪ ਨਾ ਜਾਹੀ ਲਖਣੇ। ਉਸ ਵਾਹਿਗੁਰੂ ਦੇ ਰੂਪ ਨੂੰ ਲਖਿਆ ਨਹੀਂ ਜਾ ਸਕਦਾ। ਉਸ ਪਰਮੇਸ਼ਰ ਦਾ ਰੂਪ ਸਤਿਗੁਰੂ ਕਹਿੰਦੇ ਲਖਿਆ ਨਹੀਂ ਜਾ ਸਕਦਾ, ਕਿਉਂਕਿ ਉਹਦਾ ਕੋਈ ਇੱਕ ਰੂਪ ਹੋਵੇ ਤਾਂ ਤੁਸੀਂ ਲਿਖੋ ਉਸ ਨੂੰ ਜਾਣੋ। ਉਹਦਾ ਕੋਈ ਇੱਕ ਰੂਪ ਹੋਵੇ ਤਾਂ ਉਸ ਨੂੰ ਜਾਣ ਸਕੋ। ਉਹਦੇ ਤਾਂ ਬੇਅੰਤ ਰੂਪ ਨੇ। ਬੰਦਾ ਆਪਣੇ ਦਿਮਾਗ ਵਿੱਚ ਕੋਈ ਇੱਕ ਇਮੇਜ ਬਣਾ ਕੇ ਬੈਠਾ ਹੋਇਆ, ਕੋਈ ਇੱਕ। ਤੁਸੀਂ ਜਿੰਨੇ ਵੀ ਇਸ ਧਰਤੀ ਦੇ ਉੱਤੇ ਧਰਮ ਨੇ, ਉਹਨਾਂ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਨੇ ਆਪੋ ਆਪਣੇ ਜੋ ਭਗਵਾਨ ਦੀ ਕਲਪਨਾ ਕੀਤੀ ਹੈ, ਉਹਦੀਆਂ ਤਸਵੀਰਾਂ ਬਣਾਈਆਂ, ਉਹਨਾਂ ਨੂੰ ਜ਼ਰਾ ਗੌਰ ਨਾਲ ਦੇਖਣਾ ਕਿ ਹਰ ਬੰਦਾ, ਹਰ ਧਰਮ ਨੂੰ ਮੰਨਣ ਵਾਲਾ, ਉਹ ਕਿਸੇ ਨਾ ਕਿਸੇ ਕਲਪਨਾ ਦੇ ਵਿੱਚ ਜੀ ਰਿਹਾ ਹੈ। ਉਹਨੇ ਮੰਨ ਲਿਆ ਕਿ ਮੇਰਾ ਭਗਵਾਨ ਤਾਂ ਐਸਾ ਹੀ ਹੈ, ਮੇਰਾ ਭਗਵਾਨ ਤਾਂ ਇਹੋ ਜਿਹਾ ਹੀ ਹੈ। ਜਿਹੋ ਜਿਹੇ ਅਸੀਂ ਲੋਕ ਹੁੰਦੇ ਹਾਂ, ਅਸੀਂ ਉਹੋ ਜਿਹੀ ਪਰਮਾਤਮਾ ਦੀ ਕਲਪਨਾ ਕਰ ਲੈਂਦੇ ਹਾਂ। ਤੁਸੀਂ ਤਿੱਬਤ ਵਿੱਚ ਦੇਖੋ, ਉਹਨਾਂ ਨੇ ਜੈਸੇ ਉਹ ਆਪ ਨੇ, ਉਹਨਾਂ ਨੇ ਆਪਣੇ ਭਗਵਾਨ ਦੀ ਕਲਪਨਾ ਵੈਸੀ ਕੀਤੀ ਹੈ, ਵੈਸੇ ਨੇ। ਤੁਸੀਂ ਜਰਾ ਚੀਨ ਵਾਲੇ ਪਾਸੇ ਜਾਓ, ਉਹਨਾਂ ਨੇ ਆਪਣੇ ਭਗਵਾਨ ਦੀ ਜੈਸੇ ਉਹ ਆਪ ਨੇ, ਉਹਨਾਂ ਨੇ ਵੈਸੀ ਹੀ ਉਹਦੀ ਕਲਪਨਾ ਕਰ ਲਈ ਹੈ। ਹਰ ਬੰਦੇ ਨੇ ਐਸਾ ਹੀ ਆਪਣੇ ਆਪ ਨੂੰ ਬਣਾਇਆ। ਇਸੇ ਤਰ੍ਹਾਂ ਯੂਰਪ ਵਿੱਚ ਉਹਨਾਂ ਨੇ ਆਪਣੇ ਭਗਵਾਨ ਦੀ, ਜੀਸਸ ਦੀ ਆਪਣੀ ਜੈਸੀ ਹੀ ਕਲਪਨਾ ਕਰੀ ਹੈ ਕਿ ਉਹ ਗੋਰੀ ਚਮੜੀ ਵਾਲਾ, ਉਹ ਸਾਡੇ ਵਰਗਾ। ਇਸ ਲਈ ਸਤਿਗੁਰੂ ਸਮਝਾਉਂਦੇ ਨੇ, ਸਤਿਗੁਰੂ ਕਹਿੰਦੇ ਉਹਦਾ ਕੋਈ ਇੱਕ ਰੂਪ ਨਹੀਂ ਹੈ, ਪਰ ਲੋਕ ਉਸ ਇੱਕ ਰੂਪ ਦੇ ਉੱਤੇ ਅੜ ਗਏ, ਉਸ ਇੱਕ ਰੂਪ ਦੇ ਉੱਤੇ ਰੁਕ ਗਏ। ਉਹ ਕਹਿੰਦੇ ਜੀ ਇਹੀ ਭਗਵਾਨ ਹੋ ਸਕਦਾ, ਇਸ ਤੋਂ ਬਿਨਾਂ ਕੋਈ ਦੂਸਰਾ ਭਗਵਾਨ ਨਹੀਂ ਹੋ ਸਕਦਾ, ਕਿ ਬਸ ਇਹੀ ਭਗਵਾਨ ਹੈ, ਇਹੀ ਪਰਮਾਤਮਾ ਹੈ, ਬਸ ਹੋਰ ਕੋਈ ਪਰਮਾਤਮਾ ਹੈ ਹੀ ਨਹੀਂ। ਇਸ ਲਈ ਅੱਲਾ ਨੂੰ ਮੰਨਣ ਵਾਲਾ ਉਹ ਕਹਿੰਦਾ ਜੀ ਕੋਈ ਹੋਰ ਪਰਮਾਤਮਾ, ਕੋਈ ਅੱਲਾ ਹੋਰ ਹੋ ਹੀ ਨਹੀਂ ਸਕਦਾ, ਬਸ ਇਹੀ ਅੱਲਾ ਹੈ ਜਿਹਨੂੰ ਮੈਂ ਮੰਨਦਾ। ਰਾਮ ਨੂੰ ਮੰਨਣ ਵਾਲਾ ਉਹ ਕਹਿੰਦਾ ਜੀ ਅੱਲਾ ਨਾਂ ਦੀ ਕੋਈ ਚੀਜ਼ ਹੁੰਦੀ ਹੋਈ ਨਹੀਂ, ਸਿਰਫ ਰਾਮ ਹੀ ਹੈ ਬਸ। ਇਸੇ ਤਰ੍ਹਾਂ ਦੂਸਰੇ ਨੇ। ਜੀਸਸ ਨੂੰ ਮੰਨਣ ਵਾਲਾ ਕਹਿੰਦਾ ਜੀਸਸ ਹੀ ਹੈ ਸਭ ਕੁਛ,
ਇਸ ਲਈ ਬਹੁਤ ਸਾਰੇ ਮੈਂ ਐਸੇ ਈਸਾਈ ਪ੍ਰਚਾਰਕਾਂ ਨੂੰ ਮਿਲੇ ਆ, ਉਹ ਸਾਰੇ ਗ੍ਰੰਥਾਂ ਦੇ ਵਿੱਚੋਂ ਨਾ ਆਪਣੀਆਂ ਆਪਣੀਆਂ ਮਤਲਬ ਦੀਆਂ ਪੰਕਤੀਆਂ ਕੱਢ ਲੈਂਦੇ ਨੇ। ਮੈਨੂੰ ਕਹਿੰਦਾ ਕਿ ਮੈਂ ਤੁਹਾਡੇ ਗ੍ਰੰਥ ਦੇ ਵਿੱਚੋਂ ਜੀਸਸ ਦੀ ਸਿਫਤ ਪੜ੍ਹੀ। ਮੈਂ ਕਿਹਾ ਜੀ ਮੈਨੂੰ ਵੀ ਸੁਣਾਓ, ਮੈਂ ਤਾਂ ਕਦੀ ਪੜ੍ਹੀ ਨਹੀਂ। ਉਹ ਕਹਿੰਦਾ ਸ਼੍ਰੀ ਅਸਕੇਤ ਜਗਤ ਕੇ ਈਸਾ, ਕਿ ਈਸਾ ਹੀ ਸਾਰੇ ਜਗਤ ਦੇ ਮਾਲਕ ਨੇ। ਹਰ ਬੰਦਾ ਆਪਣੇ ਮਤਲਬ ਦੀ ਪੰਕਤੀ ਕੱਢ ਲੈਂਦਾ। ਉਹਨੂੰ ਲੱਗਿਆ ਕਿ ਈਸਾ ਸ਼ਬਦ ਆ ਗਿਆ, ਇਸ ਲਈ ਈਸਾ ਦਾ ਮਤਲਬ ਇਹ ਈਸਾ ਦਾ ਜ਼ਿਕਰ ਹੈ, ਜੀਸਸ ਦਾ। ਇਸ ਲਈ ਉਹਨਾਂ ਨੂੰ ਲੱਗਦਾ ਕਿ ਉਹੀ ਹੈ ਬਸ, ਬਾਕੀ ਕੁਝ ਵੀ ਨਹੀਂ ਹੈ, ਬਾਕੀ ਤਾਂ ਐਵੇਂ ਹੀ ਹੈ। ਇਸ ਲਈ ਜਿਹੜਾ ਈਸਾਈ ਧਰਮ ਦਾ ਪ੍ਰਚਾਰ ਇੰਡੀਆ ਵਿੱਚ ਹੋ ਰਿਹਾ ਹੈ, ਇਹ ਬਿਲਕੁਲ ਉਲਟ ਹੈ ਈਸਾਈ ਧਰਮ ਦੀ ਮਰਿਆਦਾ ਤੋਂ। ਜੇ ਤੁਸੀਂ ਈਸਾਈ ਧਰਮ ਦੇ ਪ੍ਰਚਾਰਕ, ਯੂਰਪ ਵਾਲੇ ਜਿਹੜੇ ਪ੍ਰਚਾਰਕ ਨੇ, ਈਸਾਈ ਮਿਸ਼ਨਰੀ ਨੇ, ਜਿੱਥੋਂ ਇਹ ਧਰਮ ਆਰੰਭ ਹੁੰਦਾ, ਇੱਥੇ ਜਿਹੜੇ ਈਸਾਈ ਪਾਦਰੀ ਨੇ, ਪਾਸਟਰ ਨੇ, ਉਹ ਬਿਲਕੁਲ ਵੱਖਰੇ ਧਰਮ ਦਾ ਕਰਾਮਾਤਾਂ ਰਾਹੀਂ ਕਈ ਤਰ੍ਹਾਂ ਦੇ ਪਖੰਡ ਕਰਕੇ ਕਿ ਬਸ ਬੰਦੇ ਨੂੰ ਪ੍ਰਾਰਥਨਾ ਸਮਾਗਮ ਵਿੱਚ ਲਿਆਓ, ਉਹਦੀਆਂ ਲੱਤਾਂ ਚੱਲਦੀਆਂ ਨਹੀਂ, ਉਹਨੂੰ ਕਹਿੰਦੇ ਨੇ, ਉਹਦੇ 'ਤੇ ਪ੍ਰੈਸ਼ਰ ਪਾਉਂਦੇ ਨੇ ਕਿ ਭਾਈ ਉੱਠ ਕੇ ਚੱਲ ਪੈਂਦਾ। ਲੋਕ ਕਹਿੰਦੇ ਨੇ ਜੀ ਕਰਾਮਾਤ ਹੋ ਗਈ, ਠੀਕ ਹੋ ਗਿਆ, ਚਲੋ। ਉਹਨੂੰ ਦੇਖ ਕੇ ਲੋਕ ਕਹਿੰਦੇ ਨੇ ਜੀ ਇੱਥੇ ਤਾਂ ਸਾਰੇ ਰੋਗਾਂ ਦਾ ਇਲਾਜ ਹੋ ਜਾਂਦਾ, ਇੱਥੇ ਤਾਂ ਬਿਮਾਰੀਆਂ ਦਾ ਇਲਾਜ ਹੋ ਜਾਂਦਾ। ਇਸ ਕਰਕੇ ਲੋਕ ਉਸ ਧਰਮ ਅੱਗੇ ਤੁਰ ਪੈਂਦੇ ਨੇ, ਜਦ ਕਿ ਇਹ ਈਸਾਈ ਧਰਮ ਦੀ ਮਰਿਆਦਾ ਤੋਂ ਉਲਟ ਹੈ ਕਿ ਇਸ ਤਰ੍ਹਾਂ ਦਾ ਪ੍ਰਚਾਰ ਨਹੀਂ ਕਰਨਾ, ਪਰ ਹੋ ਰਿਹਾ ਹੈ ਇਸ ਤਰ੍ਹਾਂ। ਇਸ ਲਈ ਲੋਕ ਆਪਣੇ ਭਗਵਾਨ ਨੂੰ ਹੀ ਕਹਿੰਦੇ ਨੇ ਕਿ ਸਾਡਾ ਹੀ ਭਗਵਾਨ ਸੱਚ ਹੈ, ਬਾਕੀ ਝੂਠ ਹੈ, ਸਾਡਾ ਹੀ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੁੱਛਿਆ ਸੀ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਗਏ ਸਨ ਨਾ ਮੱਕੇ ਵੱਲ ਨੂੰ ਹਾਜੀਆਂ ਦੇ ਨਾਲ, ਤਾਂ ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਇੱਕ ਫਕੀਰ ਨੇ ਪੁੱਛਿਆ ਕਿ ਪ੍ਰਮਾਤਮਾ ਨੇ ਹਿੰਦੂ, ਮੁਸਲਮਾਨ ਤੇ ਹੋਰ ਲੋਕਾਂ ਨੂੰ ਬਣਾਇਆ, ਉਸਨੇ ਇਹਨਾਂ ਸਾਰਿਆਂ ਨੂੰ ਬਣਾਇਆ, ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਖਦਾ ਹੈ ਕਿ ਮੁਸਲਮਾਨ ਸਭ ਤੋਂ ਸ੍ਰੇਸ਼ਟ ਨੇ, ਕਿਉਂਕਿ ਪ੍ਰਮਾਤਮਾ ਨੇ ਮੁਸਲਮਾਨਾਂ ਨੂੰ ਹੀ ਬਣਾਇਆ। ਪ੍ਰਮਾਤਮਾ ਨੇ ਹਿੰਦੂਆਂ ਨੂੰ ਨਹੀਂ ਬਣਾਇਆ, ਅੱਲਾ ਨੇ ਹਿੰਦੂਆਂ ਨੂੰ ਨਹੀਂ ਬਣਾਇਆ, ਉਹਨੇ ਸਿਰਫ ਮੁਸਲਮਾਨਾਂ ਨੂੰ ਬਣਾਇਆ। ਗੁਰੂ ਨਾਨਕ ਸਾਹਿਬ ਕਹਿੰਦੇ ਕਿ ਚਲੋ ਮੰਨ ਲੈਂਦੇ ਤੁਹਾਡੀ ਗੱਲ ਕਿ ਪ੍ਰਮਾਤਮਾ ਨੇ ਸਿਰਫ ਮੁਸਲਮਾਨਾਂ ਨੂੰ ਬਣਾਇਆ, ਤਾਂ ਫਿਰ ਹਿੰਦੂਆਂ ਨੂੰ ਬਣਾਉਣ ਵਾਲਾ ਕੌਣ ਹੈ? ਉਹਨਾਂ ਨੂੰ ਜਨਮ ਦੇਣ ਵਾਲਾ ਕੌਣ ਹੈ? ਉਹਨਾਂ ਨੂੰ ਤਾਂ ਉਹ ਮਲੇਸ਼ ਆਖਦਾ, ਉਹਨਾਂ ਨੂੰ ਤਾਂ ਕਾਫਰ ਕਹਿੰਦਾ, ਕਿਉਂਕਿ ਇਸਲਾਮ ਦੇ ਮੁਤਾਬਕ ਕਿ ਬਾਕੀ ਸਭ ਕਾਫਰ ਨੇ। ਜਿਹੜਾ ਇਸਲਾਮ ਨੂੰ ਨਹੀਂ ਮੰਨਦਾ ਉਹ ਕਾਫਰ ਹੈ, ਉਹ ਕਾਫਰ ਆਦਮੀ ਹੈ। ਇਸ ਲਈ ਹਿੰਦੂ ਕਹਿੰਦਾ ਹੈ ਕਿ ਜਿਹੜਾ ਕੋਈ ਹਿੰਦੂ ਧਰਮ ਨੂੰ ਨਹੀਂ ਮੰਨਦਾ ਉਹ ਮਲੇਸ਼ ਹੈ। ਸਾਰੇ ਇਸ ਤਰ੍ਹਾਂ ਚੱਲਦੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਪ੍ਰਮਾਤਮਾ ਨੇ ਤਾਂ ਸਿਰਫ ਇਸ ਧਰਤੀ ਦੇ ਉੱਪਰ ਆਪਣੀ ਇੱਕ ਜੋਤ ਨੂੰ ਭੇਜਿਆ, ਮਨੁੱਖ ਨੂੰ, ਬਸ ਉਹਨੇ ਸਿਰਫ ਮਨੁੱਖ ਪੈਦਾ ਕੀਤਾ। ਧਰਮ ਜਾਂ ਹਿੰਦੂ ਮੁਸਲਮਾਨ ਤਾਂ ਲੋਕ ਬਾਅਦ ਵਿੱਚ ਆਪਣੇ ਆਪ ਬਣ ਗਏ, ਇਹ ਤਾਂ ਆਪਣੇ ਆਪ ਬਣ ਗਏ। ਸਿਰਜਣ ਵਾਲਾ ਤੇ ਉਹ ਪਰਮੇਸ਼ਰ ਹੈ, ਪਰ ਉਹਨੇ ਨਾ ਕਿਸੇ ਨੂੰ ਕੁਛ ਹੋਰ ਬਣਾਇਆ, ਨਾ ਕਿਸੇ ਨੂੰ ਕੁਛ ਹੋਰ, ਉਹਨੇ ਸਿਰਫ ਮਨੁੱਖ ਬਣਾਇਆ। ਸਤਿਗੁਰੂ ਕਹਿੰਦੇ ਉਹਦਾ ਇੱਕੋ ਹੀ ਰੂਪ ਹੈ। ਇਹ ਤੁਹਾਨੂੰ ਐਸਾ ਲੱਗਦਾ, ਪਰ ਇਹ ਸਾਰੇ ਰੂਪ ਉਸ ਪ੍ਰਮਾਤਮਾ ਦੇ ਨੇ, ਜਿੰਨੇ ਵੀ ਨਜ਼ਰ ਆਉਂਦੇ ਨੇ ਇਹ ਸਾਰੇ ਉਸੇ ਦੇ ਰੂਪ ਨੇ। ਤਾਕੇ ਰੂਪ ਨਾ ਜਾਹੀ ਲਖਣੇ, ਉਸ ਪ੍ਰਮਾਤਮਾ ਦੇ ਰੂਪ ਲਖੇ ਨਹੀਂ ਜਾ ਸਕਦੇ। ਉਹਨਾਂ ਨੂੰ ਲਿਖਣਾ, ਉਹਨਾਂ ਨੂੰ ਜਾਣਨਾ ਬਹੁਤ ਮੁਸ਼ਕਿਲ ਹੈ। ਕਿਆ ਕਰ ਆਖ ਵਿਚਾਰੀ, ਸਤਿਗੁਰੂ ਕਹਿੰਦੇ ਕੀ ਵਿਚਾਰੇਗਾ ਤੂੰ, ਕੀ ਵਿਚਾਰ ਕੇ ਕਹੇਗਾ? ਉਹਦੇ ਹੀ ਸਭ ਰੂਪ ਨੇ। ਤੀਨ ਗੁਣਾ ਤੇਰੇ ਜੁਗ ਹੀ ਅੰਤਰ। ਸਤਿਗੁਰੂ ਕਹਿੰਦੇ ਹੇ ਸੱਚੇ ਪਾਤਸ਼ਾਹ, ਤੇਰੇ ਇਸ ਸੰਸਾਰ ਅੰਦਰ 3 ਗੁਣ ਨੇ, ਰਜੋ ਤਮੋ ਸਤੋ। 3 ਗੁਣਾ ਤੇਰੇ ਜੁਗ ਹੀ ਅੰਤਰ, ਤੇਰੇ ਸੰਸਾਰ ਵਿੱਚ ਚਾਰੇ ਤੇਰੀਆਂ ਖਾਣੀ, 4 ਖਾਣੀਆਂ ਨੇ।
ਚਾਰ ਖਾਣੀਆਂ ਅੰਡ ਜੇਰ ਸੇਤਜ ਉਤਪੁਜ, ਕਿ ਜਿਨ੍ਹਾਂ ਤੋਂ ਕਿਹਾ ਜਾਂਦਾ ਹੈ ਕਿ ਸੰਸਾਰ ਦੀ ਉਤਪੱਤੀ ਹੁੰਦੀ ਹੈ, ਜਿਨ੍ਹਾਂ ਤੋਂ ਜੀਵ ਜੰਤ ਪੈਦਾ ਹੁੰਦੇ ਨੇ। ਅੰਡਜ ਅੰਡਿਆਂ ਤੋਂ, ਸੇਤਜ ਸੇਤ ਪਸੀਨੇ ਤੋਂ, ਉਤਪਜ ਬਨਸਪਤੀ ਜ਼ਮੀਨ ਤੋਂ ਉੱਗਣ ਵਾਲੀਆਂ ਚੀਜ਼ਾਂ ਪੈਦਾ ਹੋਣ ਵਾਲੀਆਂ, ਇਹ ਸਾਰੀਆਂ। ਸਤਿਗੁਰੂ ਕਹਿੰਦੇ ਇਹ ਚਾਰ ਤੇਰੀਆਂ ਖਾਣੀਆਂ ਨੇ। ਕਰਮ ਹੋਵੇ ਤਾਂ ਪਰਮ ਪਦ ਪਾਈਐ, ਜਿਹਦੇ ਉੱਤੇ ਤੇਰਾ ਕਰਮ ਹੋ ਜਾਂਦਾ, ਜਿਹਦੇ ਉੱਤੇ ਤੇਰੀ ਬਖਸ਼ਿਸ਼ ਹੋ ਜਾਂਦੀ ਹੈ, ਉਸ ਨੂੰ ਪਰਮ ਪਦ ਪ੍ਰਾਪਤ ਹੁੰਦਾ ਹੈ, ਉਸ ਨੂੰ ਉੱਚਾ ਰੁਤਬਾ ਮਿਲਦਾ ਹੈ। ਕਥੇ ਅਕਥ ਕਹਾਣੀ, ਉਹ ਅਕਥ ਦੀ ਕਹਾਣੀ ਨੂੰ ਕਥਦਾ ਜਿਹਦੇ ਤੇ ਵਾਹਿਗੁਰੂ ਕਿਰਪਾ ਕਰਕੇ ਉਸ ਨੂੰ ਪਰਮ ਪਦ ਬਖਸ਼ਦਾ ਹੈ। ਤੂੰ ਕਰਤਾ ਕੀਆ ਸਭ ਤੇਰਾ, ਹੇ ਸੱਚੇ ਪਾਤਸ਼ਾਹ ਤੂੰ ਕਰਤਾ ਹੈ, ਸਭ ਕੁਝ ਤੇਰਾ ਹੀ ਕੀਤਾ ਹੋਇਆ। ਤੂੰ ਕਰਤਾ ਤੇਰਾ ਸਭ ਕੀਆ, ਕਿਆ ਕੋ ਕਰੇ ਪ੍ਰਾਣੀ, ਬੰਦਾ ਕੀ ਕਰ ਸਕਦਾ ਹੈ? ਅਸੀਂ ਕੀ ਕਰ ਸਕਦੇ ਹਾਂ? ਸਾਡੇ ਹੱਥ ਵਿੱਚ ਹੈ ਕੀ? ਸਾਡੇ ਹੱਥ ਵਿੱਚ ਸਿਰਫ ਅਰਦਾਸ ਕਰਨਾ ਹੈ ਬਸ। ਇਸ ਲਈ ਉਹ ਵੀ ਸਤਿਗੁਰੂ ਕਹਿੰਦੇ ਉਹ ਕਿਰਪਾ ਕਰਕੇ ਸਾਡੇ ਕੋਲੋਂ ਕਰਵਾ ਲੈਂਦਾ। ਸਾਡੇ ਵੱਸ ਕੁਛ ਵੀ ਨਹੀਂ, ਸਭ ਕੁਝ ਕਰਨ ਕਰਾਉਣ ਵਾਲਾ ਉਹੀ ਹੈ। ਜਾ ਕੋ ਨਦਰ ਕਰੇ ਤੂੰ ਆਪਣੀ, ਹੇ ਵਾਹਿਗੁਰੂ ਜਿਹਦੇ ਉੱਤੇ ਤੂੰ ਆਪਣੀ ਨਦਰ ਕਰਦਾ, ਜਿਹਦੇ ਉੱਤੇ ਤੂੰ ਆਪਣੀ ਮਿਹਰ ਕਰਦਾ, ਸਾਈ ਸੱਚ ਸਮਾਣੀ, ਉਹ ਸੱਚ ਵਿੱਚ ਸਮਾ ਜਾਂਦਾ ਹੈ, ਉਹ ਸੱਚ ਵਿੱਚ ਲੀਨ ਹੋ ਗਿਆ, ਉਹ ਸੱਚ ਵਿੱਚ ਇੱਕਮਿਕ ਹੋ ਗਿਆ, ਉਹ ਸੱਚੇ ਪ੍ਰਮਾਤਮਾ ਵਿੱਚ ਮਿਲ ਗਿਆ ਜਿਹਦੇ ਤੇ ਉਹਦੀ ਨਦਰ ਹੋਈ। ਉਹਦੀ ਨਦਰ ਤੋਂ ਬਿਨਾਂ ਅਸੀਂ ਉਹਦੇ ਵਿੱਚ ਕਦੇ ਮਿਲਦੇ ਹੀ ਨਹੀਂ। ਉਹਦੀ ਨਦਰ ਰਾਹੀਂ ਹੀ ਸਾਡਾ ਉਹਦੇ ਨਾਲ ਮੇਲ ਹੁੰਦਾ ਹੈ, ਜਿਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨਾਨਕ ਨਦਰੀ ਨਦਰ ਨਿਹਾਲ। ਉਹਦੀ ਨਦਰ ਰਾਹੀਂ ਅਸੀਂ ਨਿਹਾਲ ਹੁੰਦੇ ਹਾਂ। ਨਾਮ ਤੇਰਾ ਸਭ ਕੋਈ ਲੈਤ ਹੈ ਲੇਤ ਹੈ, ਇਹ ਸੱਚੇ ਪਾਤਸ਼ਾਹ ਤੇਰਾ ਨਾਮ ਲੈਂਦੇ ਤਾਂ ਸਾਰੇ ਨੇ, ਸਾਰੇ ਨਾਮ ਲੈਂਦੇ ਨੇ ਰੱਬ ਦਾ। ਸਤਿਗੁਰੂ ਕਹਿੰਦੇ ਰਾਮ ਰਾਮ ਕਰਤਾ ਸਭ ਜੱਗ ਫਿਰੈ, ਰੱਬ ਦਾ ਨਾਮ ਲੈਣ ਵਾਲੇ ਤਾਂ ਇੱਥੇ ਬੇਅੰਤ ਨੇ। ਕੋਈ ਬੋਲੇ ਰਾਮ ਰਾਮ, ਕੋਈ ਖੁਦਾ ਹੈ। ਸਤਿਗੁਰੂ ਕਹਿੰਦੇ ਕੋਈ ਖੁਦਾ ਖੁਦਾ ਕਰਦਾ ਹੈ, ਕੋਈ ਰਾਮ ਰਾਮ ਕਰਦਾ ਹੈ। ਰੱਬ ਦਾ ਨਾਮ ਲੈਣ ਵਾਲੇ ਬੇਅੰਤ ਲੋਕ ਨੇ। ਜੇਤੀ ਆਵਣ ਜਾਣੀ, ਜਿੰਨੀ ਵੀ ਇਹ ਸੰਸਾਰ ਦੇ ਵਿੱਚ ਜਨਮ ਮਰਨ ਵਾਲੀ ਇਹ ਲੁਕਾਈ ਹੈ, ਅਸੀਂ ਸਭ ਚਾਹੇ ਕਿਸੇ ਵੀ ਰੂਪ ਵਿੱਚ ਅਸੀਂ ਪ੍ਰਮਾਤਮਾ ਦਾ ਨਾਮ ਲੈਂਦੇ ਹੋਈਏ, ਲੈਂਦੇ ਜ਼ਰੂਰ ਹਾਂ। ਨਾਮ ਤੇਰਾ ਸਭ ਕੋਈ ਲੇਤ ਹੈ, ਜੇਤੀ ਆਵਣ ਜਾਣੀ, ਜਾਂ ਤੁਧ ਭਾਵੈ ਤਾਂ ਗੁਰਮੁਖ ਬੂਝੈ। ਪਰ ਜਿਹੜਾ ਤੈਨੂੰ ਭਾ ਜਾਵੇ, ਜਿਹੜਾ ਉਸ ਵਾਹਿਗੁਰੂ ਨੂੰ ਭਾ ਜਾਏ, ਹੁਣ ਕੀ ਪਤਾ ਉਹਨੂੰ ਕਿਹੜਾ ਭਾ ਜਾਏ। ਰਾਮ ਕਹਿਣ ਵਾਲਾ ਉਹਨੂੰ ਚੰਗਾ ਲੱਗਦਾ ਜਾਂ ਅੱਲਾ ਕਹਿਣ ਵਾਲਾ ਉਹਨੂੰ ਚੰਗਾ ਲੱਗਦਾ, ਕੌਣ ਜਾਣਦਾ ਹੈ। ਅਸੀਂ ਲੋਕ ਖਾਮ ਖਾਈ ਉਲਝੇ ਹੋਏ ਹਾਂ, ਪਰ ਸਤਿਗੁਰੂ ਕਹਿੰਦੇ ਉਹਨੂੰ ਕੀ ਪਾਉਂਦਾ ਇਹ ਉਹੀ ਜਾਣਦਾ, ਇਹ ਉਹੀ ਜਾਣਦਾ। ਜਾਂ ਤੁਧ ਭਾਵੈ ਤਾਂ ਗੁਰਮੁਖ ਬੂਝੈ, ਜਦੋਂ ਤੈਨੂੰ ਭਾਉਂਦਾ ਤਾਂ ਗੁਰਮੁਖ ਬੁੱਝਦਾ, ਤਾਂ ਗੁਰੂ ਦੇ ਸਨਮੁਖ ਹੋਇਆ ਸੋਝੀ ਆਉਂਦੀ ਹੈ, ਤਾਂ ਸਾਨੂੰ ਅਕਲ ਆਉਂਦੀ ਹੈ। ਹੋਰ ਮਨਮੁਖ ਫਿਰੈ ਇਆਣੀ, ਸਤਿਗੁਰੂ ਕਹਿੰਦੇ ਹੋਰ ਮਨ ਦੇ ਮਗਰ ਤੁਰਨ ਵਾਲੀ ਇਹ ਇਆਣੀ ਅਣਜਾਣ ਦੁਨੀਆ ਤੁਰੀ ਫਿਰਦੀ ਹੈ। ਹੋਰ ਤੁਰੇ ਫਿਰਦੇ ਨੇ ਲੋਕ ਜਿਹੜੇ ਮਨ ਮਗਰ ਤੁਰਦੇ ਨੇ ਆਪਣੀ ਮਰਜ਼ੀ ਮੁਤਾਬਕ, ਤੇ ਮੇਰਾ ਮਨ ਤੇ ਇਹ ਕਹਿੰਦਾ। ਸਾਡਾ ਮਨ ਹੀ ਸਾਨੂੰ ਉਲਝਾਈ ਰੱਖਦਾ ਹੈ, ਸਾਡਾ ਮਨ ਸਾਨੂੰ ਇੰਨੇ ਭੁਲੇਖਿਆਂ ਵਿੱਚ ਰੱਖਦਾ ਨਾ ਕਿ ਸਾਨੂੰ ਕਦੇ ਲੱਗਦਾ ਹੀ ਨਹੀਂ ਹੈ ਕਿ ਅਸੀਂ ਕੁਝ ਗਲਤ ਕਰ ਸਕਦੇ ਹਾਂ। ਸਾਨੂੰ ਕਦੇ ਵੀ ਨਹੀਂ ਲੱਗਦਾ। ਅਸੀਂ ਕਿਸੇ ਨੂੰ ਭੈੜਾ ਬੋਲ ਕੇ ਵੀ ਅਸੀਂ ਇਹੀ ਕਹਿ ਦਿੰਦੇ ਹਾਂ ਕਿ ਮੈਂ ਜ਼ੁਬਾਨ ਦਾ ਹੀ ਕੌੜਾ ਬੋਲਦਾ, ਪਰ ਮੇਰੇ ਮਨ ਵਿੱਚ ਕੁਛ ਨਹੀਂ। ਅਸੀਂ ਭੈੜਾ ਸਲੂਕ ਕਰਕੇ ਵੀ ਕਹਿ ਦਿੰਦੇ ਹਾਂ ਕਿ ਮੇਰੇ ਮਨ ਵਿੱਚ ਤਾਂ ਕੁਛ ਹੈ ਹੀ ਨਹੀਂ ਸੀ, ਬਸ ਮੈਂ ਜ਼ੁਬਾਨ ਤੋਂ ਬੋਲ ਪੈਣਾ। ਜੋ ਸਾਡੇ ਮਨ ਵਿੱਚ ਹੁੰਦਾ ਉਹੀ ਸਾਡੀ ਜ਼ੁਬਾਨ 'ਤੇ ਆਉਂਦਾ। ਕੜੱਤਣ ਅੰਦਰ ਹੁੰਦੀ ਹੈ ਤਾਂ ਹੀ ਬਾਹਰ ਨਿਕਲਦੀ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਮਨਮੁਖ ਬੰਦਾ ਉੱਪਰੋਂ ਰੱਬ ਦਾ ਨਾਮ ਲੈਣ ਦਾ ਦਿਖਾਵਾ ਕਰਦਾ, ਪਰ ਉਹਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਹੁੰਦਾ ਨਹੀਂ। ਇਸ ਲਈ ਉਹ ਬੰਦਾ ਜੰਮਣ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ। ਮਨਮੁਖ ਫਿਰੈ ਇਆਣੀ, ਉਹ ਭਟਕਣਾ ਵਿੱਚ ਪਿਆ ਰਹਿੰਦਾ। ਚਾਰੇ ਵੇਦ ਬ੍ਰਹਮੇ ਕੋ ਦੀਏ, ਸਤਿਗੁਰੂ ਕਹਿੰਦੇ ਕਿ ਸਨਾਤਨ ਧਰਮ ਵਾਲੇ ਕਹਿੰਦੇ ਨੇ ਕਿ ਚਾਰੇ ਵੇਦ ਪਰਮਾਤਮਾ ਨੇ ਬ੍ਰਹਮਾ ਨੂੰ ਦਿੱਤੇ ਰਚਣ ਵਾਸਤੇ।
कि तुसी वेदां दी रचना करो। चारे वेद ब्रह्मे को दिए, पढ़ पढ़ करे विचारी। उसने 4 वेदां दी रचना की ते उन्हां वेदां नूं पढ़ पढ़ के उन्हां दी विचार करन लग्या। जो उन्हें वेदां विच लिखिया उस नूं लिखे होए नूं पढ़ पढ़ के उस नूं बड़ी हैरानी हुई कि मैं इन्ना कुछ लिख लिया, कि मैं इन्ना वधिया लिख लिया। सतगुरु कहंदे इसे गल दा हंकार लै बैठा, इसे गल दा पढ़ पढ़ करे विचारी। बार बार उन्होंने पढ़ी जाता है, बार बार उन्हें विचार करी जाता है। ताका हुक्म ना बूझे बपड़ा। सतगुरु कहते वो बपड़ा, वो विचारा उस परमात्मा का हुक्म तो बुझ ही नहीं सकिया, उहदा हुक्म बुझदा नहीं, उहदे हुक्म नूं समझिया नहीं कि वाहिगुरू ने मैनूं इस काम विच लाया। उस परमात्मा के हुक्म नूं ना बुझ के वो उस चीज़ विच ही, वेद विच ही उलझ के रह गया। जिवें गुरु कोई तुहानूं काम करन वास्ते कहे कि भाई आह काम कर जां आह सेवा कर, हुण असीं उस सेवा विच ही इन्ने ज़्यादा उलझ जाइए कि सानूं गुरु दा चेता ही भुल जाए। असीं उस सेवा का ही हंकार कर लीए कि मेरे वर्गा तो सेवा करने वाला होर है ही कोई नहीं। जिन्नी वधिया मैं कीती सेवा, जिन्ना वधिया मैं चलाया काम, उन्ना तो कोई चला ही नहीं सकता। इसलिए फिर साडा वो कीता करिया व्यर्थ चला गया। सतगुरु कहते ताका हुक्म ना बूझे बपड़ा, नरक सुरग अवतारी। उसने वेदां दे विच नरक सुरग दा यही कि आह काम करन नाल पाप लगदा है ते पाप करन नाल बंदा नरक चलिया जांदा है, इस काम नूं करन नाल पुण्य लगदा है ते पुण्य करन नाल बंदे नूं स्वर्ग मिल जांदा है। सतगुरु कहते आही कुछ है। जे तुसीं वेदां नूं स्टडी करो तो तुहानूं पता लग जाएगा कि किहड़े वेद विच की लिखिया होया। सतगुरु कहते इस तरह कर्मकांडां दा जिक्र है। सिमरत शास्त्र पुण्य पाप विचार दे तत्तै सार न जानी। बस पुण्य पाप दी विचार है, तत्त दी कोई विचार जानदा ही नहीं। इसलिए नरक सुरग अवतारी, नरक सुरग दे विच ही बंदा उलझिया होया। जुगां जुगां के राजे कीए। सतगुरु कहंदे वख वख जुगां विच वख वख राजे होए, वख वख राजे होए। ते साडे लोकां ने की कीता, उन्हां नूं परमात्मा दा अवतार मान लिया। जुगां जुगां के राजे कीए, गावें कर अवतारी। ते लोक अणजाण लोक उन्हां नूं परमात्मा दा अवतार मान के उन्हां दी पूजा करन लग पए। तुसीं इहदी उदाहरण आ पिछले कुछ सालां दे विच कुछ फिल्मां ऐसियां आईयां जिन्हां विच राजिਆਂ महाराजिਆਂ ਦਾ कुछ जिक्र किया गया, साउथ ਦੀਆਂ खास करके। ਉਹਦੇ ਵਿੱਚ ਜਦੋਂ ਕੋਈ ਬੰਦਾ ਰਾਜੇ ਨੂੰ ਸੰਬੋਧਨ ਕਰਦਾ ਨਾ ਤਾਂ ਉਹਨੂੰ ਪ੍ਰਭੂ ਕਹਿੰਦਾ ਹੈ। ਪ੍ਰਭੂ ਰਾਜੇ ਨੂੰ ਜਦੋਂ ਰਾਜੇ ਨੂੰ ਸੰਬੋਧਨ ਕਰਦਾ ਤਾਂ ਪ੍ਰਭੂ ਕਹਿੰਦਾ ਕਿ ਪ੍ਰਭੂ। ਉਹ ਇਹ ਨਹੀਂ ਕਹਿੰਦਾ ਕਿ ਬਾਦਸ਼ਾਹ, ਉਹ ਨਹੀਂ ਕਹਿੰਦਾ ਮਹਾਰਾਜ, ਉਹ ਇਹ ਨਹੀਂ ਕਹਿੰਦਾ ਰਾਜਾ, ਉਹ ਪ੍ਰਭੂ ਕਹਿੰਦਾ। ਸਾਡੇ ਇਸ ਦੇਸ਼ ਵਿੱਚ ਬਹੁਤ ਸਾਰੇ ਐਸੇ ਰਾਜੇ ਹੋਏ ਜਿਨ੍ਹਾਂ ਨੂੰ ਪਰਮਾਤਮਾ ਕਰਕੇ ਪੂਜਿਆ ਜਾਣ ਲੱਗ ਪਿਆ ਤੇ ਅੱਜ ਵੀ ਲੋਕ ਉਹਨਾਂ ਨੂੰ ਰੱਬ ਸਮਝਣ ਲੱਗ ਪਏ। ਹਰਨਾਕਸ਼, ਉਹਨੂੰ ਦੈਂਤ ਕਿਉਂ ਕਹਿੰਦੇ ਆ? ਹੈ ਤਾਂ ਉਹ ਵੀ ਰਾਜਾ ਸੀ। ਹਰਨਾਕਸ਼, ਉਹਨੂੰ ਦੈਂਤ ਕਿਉਂ ਕਿਹਾ ਜਾਂਦਾ? ਉਹਨੂੰ ਦੈਂਤ ਇਸ ਕਰਕੇ ਕਿਹਾ ਜਾਂਦਾ ਕਿ ਉਹ ਮਾੜੇ ਕੰਮ ਕਰਦਾ ਸੀ, ਆਪਣੇ ਆਪ ਨੂੰ ਪਰਮਾਤਮਾ ਕਹਾਉਂਦਾ ਸੀ, ਖੁਦ ਨੂੰ ਪਰਮੇਸ਼ਰ ਕਹਾਉਂਦਾ ਸੀ ਉਹ, ਤੇ ਲੋਕ ਉਸ ਨੂੰ ਮੰਨਦੇ ਵੀ ਸੀ ਪਰਮਾਤਮਾ। ਜਦੋਂ ਤੁਸੀਂ ਗੁਰੂ ਅਮਰਦਾਸ ਮਹਾਰਾਜ ਦਾ ਹੀ ਸ਼ਬਦ ਹੈ ਭੈਰੋ ਰਾਗ ਵਿੱਚ, ਭੈਰੋ ਰਾਗ ਵਿੱਚ ਇਸ ਸੰਬੰਧ ਵਿੱਚ ਬੜੀ ਡਿਟੇਲ ਦਿੱਤੀ ਗੁਰੂ ਸਾਹਿਬ ਨੇ। ਕਬੀਰ ਸਾਹਿਬ ਦਾ ਵੀ ਸ਼ਬਦ ਹੈ, ਗੁਰੂ ਅਮਰਦਾਸ ਮਹਾਰਾਜ ਦੇ ਵੀ ਸ਼ਬਦ ਨੇ ਇਹ ਹਰਨਾਕਸ਼ ਦੇ ਸੰਬੰਧ ਵਿੱਚ, ਕਿ ਉਹ ਆਪਣੇ ਆਪ ਨੂੰ ਰਾਜਾ ਕਹਾਉਂਦਾ ਕਿ ਮੈਂ ਪਰਮਾਤਮਾ ਹਾਂ। ਸਾਰੇ ਦੇਸ਼ ਦੇ ਲੋਕ ਉਹਨੂੰ ਪਰਮਾਤਮਾ ਮੰਨਦੇ ਨੇ, ਪਰ ਉਹਦੇ ਘਰ ਦੇ ਵਿੱਚ ਹੀ ਪੈਦਾ ਹੋਇਆ ਉਹਨੂੰ ਪਰਮਾਤਮਾ ਨਹੀਂ ਮੰਨਦਾ। ਉਹ ਕਹਿੰਦਾ ਮੈਂ ਨਹੀਂ ਮੰਨਦਾ ਕਿ ਮੇਰਾ ਬਾਪ ਪਰਮਾਤਮਾ। ਇਸ ਲਈ ਸਾਰੀ ਦੁਨੀਆ ਰਾਜਿਆਂ ਮਹਾਰਾਜਿਆਂ ਨੂੰ ਰੱਬ ਕਹਿਣ ਲੱਗ ਹੀ ਪੈਂਦੀ ਹੈ। ਆ ਪਿੱਛੇ ਜਿਹੇ ਤੁਹਾਨੂੰ ਯਾਦ ਹੋਣਾ ਕਿ ਗੁਜਰਾਤ ਦੇ ਵਿੱਚ ਪ੍ਰਧਾਨ ਮੰਤਰੀ ਦੀ ਮੂਰਤੀ ਬਣੀ ਤੇ ਮੰਦਰ ਵੀ ਬਣਿਆ। ਬਸ ਐਸਾ ਹੀ ਹੁੰਦਾ ਹੈ। ਸਾਡੇ ਦੇਸ਼ ਵਿੱਚ ਬਹੁਤ ਸਾਰੇ
ਜਿਨ੍ਹਾਂ ਨੂੰ ਅੱਜ ਕੱਲ੍ਹ ਰੱਬ ਦੀ ਪੂਜਾ ਕਰਕੇ ਕਿਹਾ ਜਾਂਦਾ ਹੈ ਕਿ ਪ੍ਰਮਾਤਮਾ ਹੈ, ਨਾਮ ਨਹੀਂ ਤੁਸੀਂ ਜਾਣਦੇ ਹੋ। ਬਸ ਇਸੇ ਢੰਗ ਨਾਲ ਸਤਿਗੁਰੂ ਕਹਿੰਦੇ ਜੁਗਾਂ ਜੁਗਾਂ ਕੇ ਰਾਜੇ ਕੀਏ ਗਾਵੇਂ ਕਰ ਅਵਤਾਰੀ। ਜੁਗ ਵੱਖ-ਵੱਖ ਸਮੇਂ ਵਿੱਚ ਵੱਖ-ਵੱਖ ਰਾਜੇ ਹੋਏ ਤੇ ਉਹਨਾਂ ਨੂੰ ਰੱਬ ਦੇ ਅਵਤਾਰ ਕਹਿ ਕੇ ਪੂਜਿਆ ਜਾਣ ਲੱਗ ਪਿਆ। ਤਿੰਨ ਵੀ ਅੰਤ ਨਾ ਪਾਇਆ ਤਾਕਾ, ਉਹਨਾਂ ਨੇ ਕਿਸੇ ਨੇ ਵੀ ਪ੍ਰਮਾਤਮਾ ਦਾ ਅੰਤ ਨਹੀਂ ਪਾਇਆ, ਕਿਸੇ ਨੇ ਵੀ। ਤਿੰਨ ਵੀ ਅੰਤ ਨਾ ਪਾਇਆ ਤਾਕਾ ਕਿਆ ਕਰ ਆਖ ਵਿਚਾਰੀ। ਸਤਿਗੁਰੂ ਕਹਿੰਦੇ ਕੀ ਆਖ ਕੇ ਵਿਚਾਰ ਕਰੀਏ, ਕੀ ਆਖੀਏ? ਕੁਛ ਆਖਣ ਨੂੰ, ਕੁਛ ਕਹਿਣ ਨੂੰ ਹੈ ਹੀ ਨਹੀਂ, ਕੁਛ ਵੀ ਨਹੀਂ। ਤੂੰ ਸੱਚਾ ਤੇਰਾ ਕੀਆ ਸਭ ਸੱਚਾ। हे ਸੱਚੇ ਪਾਤਸ਼ਾਹ ਤੂੰ ਆਪ ਸੱਚਾ ਹੈ, ਤੇਰਾ ਕੀਤਾ ਹੋਇਆ ਸਭ ਸੱਚਾ। ਤੂੰ ਸਾਚਾ ਸੱਚਾ ਤੇਰਾ ਕੀਆ ਸਭ ਸਾਚਾ। ਦੇ ਤਾਂ ਸਾਚ ਵਖਾਣੀ, ਤੂੰ ਦੇਵੇਂ ਬਖਿਆਨ ਕਰਨ ਲਈ, ਤੂੰ ਸਾਨੂੰ ਬਖਸ਼ਿਸ਼ ਕਰੇ ਤਾਂ ਅਸੀਂ ਤੈਨੂੰ ਬਖਿਆਨ ਕਰ ਪਾਉਂਦੇ ਹਾਂ, ਤਾਂ ਅਸੀਂ ਤੇਰੇ ਗੁਣ ਗਾ ਪਾਉਂਦੇ ਹਾਂ। ਜਾਕੋ ਸੱਚ ਬੁਝਾਵੇਂ ਆਪਣਾ। हे ਸੱਚੇ ਪਾਤਸ਼ਾਹ ਜਿਹਨੂੰ ਤੂੰ ਆਪਣੀ ਸੋਝੀ ਦਿੰਦਾ, ਜਿਹਨੂੰ ਤੂੰ ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਬਖਸ਼ਦਾ ਹੈ। ਜਾਕੋ ਸੱਚ ਬੁਝਾਵੇਂ ਆਪਣਾ ਸਹਿਜੇ ਨਾਮ ਸਮਾਣੀ। ਉਹ ਸਹਿਜੇ ਹੀ ਵਾਹਿਗੁਰੂ ਦੇ ਨਾਮ ਵਿੱਚ ਸਮਾ ਜਾਂਦਾ ਹੈ, ਉਹ ਸਹਿਜੇ ਹੀ ਉਸ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਂਦਾ, ਜਿਹਨੂੰ ਉਹ ਸੋਝੀ ਦਿੰਦਾ, ਜਿਹਨੂੰ ਵਾਹਿਗੁਰੂ ਸੂਝ ਬਖਸ਼ਦਾ ਹੈ। ਇਸ ਲਈ ਖਿਆਲ ਰੱਖਣਾ ਕਿ ਉਹ ਵਾਹਿਗੁਰੂ ਸੂਝ ਕਿਹਨਾਂ ਨੂੰ ਬਖਸ਼ਦਾ ਹੈ? ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਉਸ ਚੀਜ਼ ਦੇ ਯੋਗ ਹੋ ਜਾਂਦੇ ਨੇ। ਗੁਰੂ ਸਾਡੀਆਂ ਅੱਖਾਂ ਖੋਲ੍ਹਦਾ, ਗੁਰੂ ਸਾਨੂੰ ਸੱਚ ਤੋਂ ਜਾਣੂ ਕਰਾਉਂਦਾ ਹੈ। ਗੁਰੂ ਸਾਡੇ ਅੰਦਰ ਜੋ ਅਗਿਆਨ ਹੁੰਦਾ, ਜੋ ਭਰਮ ਭੁਲੇਖੇ ਹੁੰਦੇ ਨੇ, ਗੁਰੂ ਉਹਨਾਂ ਭਰਮ ਭੁਲੇਖਿਆਂ ਨੂੰ ਸਾਡੇ ਅੰਦਰੋਂ ਦੂਰ ਕਰ ਦਿੰਦਾ ਹੈ। ਉਹਨਾਂ ਭਰਮ ਭੁਲੇਖਿਆਂ ਨੂੰ ਕੱਢ ਕੇ ਉਹ ਸਾਨੂੰ ਸੱਚ ਨਾਲ ਜੋੜ ਦਿੰਦਾ ਹੈ। ਇਸ ਲਈ ਸਤਿਗੁਰੂ ਕਹਿੰਦੇ ਜਾਕੋ ਸੱਚ ਬੁਝਾਵੇਂ ਆਪਣਾ, ਜਿਹਨੂੰ ਤੂੰ ਆਪਣਾ ਸੱਚ ਬੁਝਾਉਂਦਾ ਸਹਿਜੇ ਨਾਮ ਸਮਾਣੀ, ਉਹ ਸਹਿਜੇ ਹੀ ਨਾਮ ਵਿੱਚ ਸਮਾ ਜਾਂਦਾ ਹੈ। ਸਤਿਗੁਰੂ ਰਹਿਮਤ ਕਰੇ ਆਪਾਂ ਸਭ ਉਹਦੇ ਦਰੋਂ ਸੱਚ ਦੀ ਸੋਝੀ ਲੈ ਕੇ ਸੱਚੇ ਵਾਹਿਗੁਰੂ ਦੇ ਵਿੱਚ ਲੀਨ ਹੋ ਸਕੀਏ। ਹੋਈਆਂ ਭੁੱਲਾਂ ਲਈ ਖਿਮਾ। ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ। ਭੁੱਲਾਂ ਨਾ ਚਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।